हर भारती वालों आज़ादी दिहाड़ा बड़े उत्साह और सत्कार नाल मनाया गया, पर कुछ नौजवान हत्थां विच तिरंगे फड़ के सड़कों उपर रूस मार्च कर रहे हैं। गलबात करके उन्होंने नौजवानों के नाल जाणदे हां इन्हां दी रूस मार्च का कारण क्यों बैठे ने सड़कों के उत्ते ते आज़ादी जश्न मौके क्यों कढ़ रहे ने ये रूस मार्च। हत्थां दे विच तिरंगे ने पर सरकार के खिलाफ नारेबाजी कर रहे हैं नौजवान। सारा देश अज आज़ादी का 75वां अमृत महोत्सव मना रहा, पर कुछ नौजवान हत्थां तिरंगे फड़ के सरकार के खिलाफ नारेबाजी कर रहे हैं। एक रोस मार्च तिरंगे फड़ के शायद नवेकली गल है, क्योंकि सत्कार है मनां दे विच तिरंगे का, पर नाल ही रोस रैली भी कढ़ रहे हैं। सरकारां दे खिलाफ गुस्सा भी है। गलबात करते हैं। हाँ जी, की नाम है जी तुहाडा? सर राकेश कुमार है। तो अज तुसीं तिरंगे हत्थां 'च फड़े ने, सरकार के खिलाफ तुसीं नारे ला रहे हो। देश भी अपना तिरंगा तो अपना है, फिर कित्थे एक गैप दिख रहा जिहड़ा है? सर देश आज़ाद जरूर होया, पर ਜਿਹੜੀਆਂ ਸਰਕਾਰਾਂ ਵੀ ਚੇਂਜ ਹੋ ਗਈਆਂ, ਪਰ ਜਿਹੜੀ ਅਫਸਰਸ਼ਾਹੀ ਹੈ ਉਹੀ ਚੱਲ ਰਹੀ ਹੈ। ਅੱਜ ਮਾਨ ਸਾਹਿਬ ਦੀ ਸਰਕਾਰ ਬਣੀ ਨੂੰ ਤਕਰੀਬ 3 ਮਹੀਨੇ ਤੋਂ ਉੱਪਰ ਹੋ ਗਏ, ਪਰ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਵੀ ਬੇਰੁਜ਼ਗਾਰੀ ਖਤਮ ਕਰਾਂਗੇ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ, ਤੇ ਅਸੀਂ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਕਿ ਮਾਨ ਸਾਹਿਬ ਬੇਰੁਜ਼ਗਾਰੀ ਤਾਂ ਹੀ ਖਤਮ ਕਰੋਗੇ ਜੇ ਤੁਸੀਂ ਸਾਨੂੰ ਰੁਜ਼ਗਾਰ ਦਿਓਗੇ, ਕਿਉਂਕਿ ਸਾਡਾ ਜਿਹੜਾ ਰਾਈਟ ਹੈ, ਜਿਹੜੀਆਂ ਪੋਸਟਾਂ 1690 ਤੁਸੀਂ ਕੱਢੀਆਂ ਉਹਦੇ ਵਿੱਚ ਅਪ੍ਰੈਂਟਿਸ ਦੀ ਮੈਰਿਟ ਦੇ ਆਧਾਰ 'ਤੇ ਪਹਿਲਾਂ ਭਰਤੀਆਂ ਹੁੰਦੀਆਂ ਸੀਗੀਆਂ, ਤਾਂ ਅਸੀਂ ਵੀ ਉਹੀ ਚਾਹੁੰਦੇ ਹਾਂ ਕਿ ਜਿਵੇਂ ਪਹਿਲਾਂ ਭਰਤੀਆਂ ਹੋਈਆਂ ਨੇ, ਕੋਈ ਸਾਡੀ ਨਵੀਂ ਮੰਗ ਨਹੀਂ ਹੈਗੀ। ਦੂਸਰੀ ਗੱਲ, ਮਾਨ ਸਾਹਿਬ ਤੁਸੀਂ ਕਿਹਾ ਸੀ ਮੇਰਾ ਹਰਾ ਪੈਨ ਚੰਨਣ ਨਾਲ ਜੇਕਰ ਕਿਸੇ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ ਤਾਂ ਮੈਨੂੰ ਕੋਈ ਹਰਜ ਨਹੀਂ। ਮਾਨ ਸਾਹਿਬ ਸਾਡਾ ਰਾਈਟ ਹੈ, ਔਰ ਮੈਂ ਇਹ ਵੀ ਗੱਲ ਦੱਸ ਦੇਣਾ ਚਾਹੁੰਦਾ ਮੀਡੀਆ ਰਾਹੀਂ ਕਿ ਮਾਨ ਸਾਹਿਬ ਜਦੋਂ MP ਸੀਗੇ ਉਦੋਂ ਜਿਹੜੇ ਸਾਥੀ ਜਿਹੜੇ ਪਿੱਛੇ ਲੱਗੇ ਨੇ ਸਾਡੇ ਅਸਿਸਟੈਂਟ ਲਾਈਨਮੈਨ, ਉਹਨਾਂ ਦੇ ਧਰਨਿਆਂ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਹਮਦਰਦੀ ਜਤਾਈ ਸੀ ਕਿ ਤੁਹਾਡਾ ਜਿਹੜਾ ਰਾਈਟ ਹੈ ਮੈਂ ਆਵਾਜ਼ ਉਠਾਊਂਗਾ ਪੰਜਾਬ ਸਰਕਾਰ ਦੇ ਅੱਗੇ, ਤੁਹਾਡਾ ਜਿਹੜਾ ਜੋ ਵੀ ਮੈਟਰ ਹੈ ਮੈਂ ਪਹੁੰਚਾਊਂਗਾ। ਅਸੀਂ ਮਾਨ ਸਾਹਿਬ ਨੂੰ ਦੱਸਣਾ ਚਾਹੁੰਦੇ ਹਾਂ ਕਿ ਮਾਨ ਸਾਹਿਬ ਤੁਹਾਡੀ ਕੁਰਸੀ ਚੇਂਜ ਹੋ ਗਈ, ਤੁਸੀਂ CM ਦੇ ਅਹੁਦੇ 'ਚ ਆ ਗਏ। ਅੱਜ ਸਾਨੂੰ ਦੱਸਣ ਦੀ ਵੀ ਵੈਸੇ ਜ਼ਰੂਰਤ ਨਹੀਂ ਸੀਗੀ, ਪਰ ਅਸੀਂ ਮੀਡੀਆ ਦੇ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਰਾਈਟ ਹੈ ਮਾਨ ਸਾਹਿਬ ਤੁਸੀਂ ਇਸ 'ਤੇ ਗੌਰ ਕਰੋ, ਕਿਉਂਕਿ ਅਸੀਂ ਮੰਨਦੇ ਹਾਂ 3 ਮਹੀਨੇ ਹੋਏ ਆ ਸਰਕਾਰ ਬਣੀ ਨੂੰ, ਪਰ ਸਾਡੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚ ਰਹੀ, ਕਿਉਂਕਿ ਅਸੀਂ ਤੁਹਾਡੇ ਨਾਲ ਟੇਬਲ ਟਾਕ 'ਤੇ ਮੀਟਿੰਗ ਵੀ ਕਰਨਾ ਚਾਹੁੰਦੇ ਹਾਂ ਕਿ ਤੁਹਾਨੂੰ ਸਾਡੇ ਮੈਟਰ ਬਾਰੇ ਪਤਾ ਹੈ, ਤੁਸੀਂ ਸਾਨੂੰ ਰੁਜ਼ਗਾਰ ਦਿਓ, ਕਿਉਂਕਿ ਪੰਜਾਬ ਨੂੰ ਤੁਸੀਂ ਕਹਿੰਦੇ ਸੀ ਨਸ਼ਾ ਮੁਕਤ ਬਣਾਉਣਾ, ਪਰ ਜੇ ਤੁਸੀਂ ਸਾਨੂੰ ਰੁਜ਼ਗਾਰ ਨਹੀਂ ਦਿੱਤਾ ਤੇ ਸਾਡੇ ਇਹੀ ਜਿਹੜੇ ਮੁੰਡੇ ਨੇ ਪੰਜਾਬ ਦੇ ਨੌਜਵਾਨ ਨੇ ਇਹ ਨਸ਼ਿਆਂ ਵੱਲ ਜਾਵਣਗੇ, ਫਿਰ ਤੁਸੀਂ ਕਹੋਗੇ ਵੀ ਸਾਡਾ ਪੰਜਾਬ ਉਹ ਪੰਜਾਬ ਨਹੀਂ ਰਹਿ ਗਿਆ। ਇਸ ਕਰਕੇ ਮਾਨ ਸਾਹਿਬ ਤੁਸੀਂ ਇਹ ਵੀ ਤੁਹਾਡੇ ਮੀਡੀਆ ਰਾਹੀਂ ਤੁਸੀਂ ਸਪੀਚ ਵੀ ਕੀਤੀ ਸੀਗੀ ਕਿ ਸਾਡੇ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਨੇ ਪੰਜਾਬ ਦੇ ਨੌਜਵਾਨ, ਅਸੀਂ ਉਹਨਾਂ ਨੂੰ ਨੌਜਵਾਨਾਂ ਨੂੰ ਬਾਹਰ ਨਹੀਂ ਜਾਣ ਦੇਣਾ। ਤੇ ਮਾਨ ਸਾਹਿਬ ਸਾਡੀ ਜਿਹੜੀ ਮੰਗ ਹੈ ਜਾਇਜ਼ ਹੈ, ਇਸ ਮੰਗ 'ਤੇ ਗੌਰ ਕੀਤਾ ਜਾਵੇ ਤੇ ਸਾਡੇ ਮੁੰਡਿਆਂ ਨੂੰ ਨੌਕਰੀ ਦਿੱਤੀ ਜਾਵੇ। ਅੱਜ ਜਿਸ ਤਰ੍ਹਾਂ 15 ਅਗਸਤ ਦਾ ਦਿਹਾੜਾ ਹੈ ਔਰ ਆਜ਼ਾਦੀ ਜਸ਼ਨਾਂ ਦੇ ਵਿੱਚ ਲੋਕ ਸਾਰੇ ਆਪਾਂ ਜਿਹੜੇ ਭਾਰਤੀ ਹੋਣ ਦੇ ਨਾਤੇ ਆਜ਼ਾਦੀ ਜਸ਼ਨਾਂ ਨੂੰ ਮਾਣ ਰਹੇ ਹਾਂ, ਤੇ ਤੁਸੀਂ ਸੜਕਾਂ 'ਤੇ ਬੈਠੇ ਹੋ ਤੇ ਤੁਹਾਡੇ ਪਰਿਵਾਰਾਂ ਨਾਲ ਤੁਹਾਡੀ ਗੱਲਬਾਤ ਹੋਈ ਹੈ, ਜਾਂ ਤੁਸੀਂ ਕਿਸ ਤਰ੍ਹਾਂ ਲੈ ਕੇ ਚੱਲਦੇ ਹੋ ਆਜ਼ਾਦੀ ਜਸ਼ਨਾਂ ਦੇ ਉੱਤੇ ਤੁਹਾਨੂੰ ਸੜਕਾਂ 'ਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ? ਸਰ ਸਾਡੀਆਂ ਵੀ ਘਰਾਂ ਦੀਆਂ ਮਜਬੂਰੀਆਂ, ਕਿਉਂਕਿ ਅਸੀਂ ਜਦੋਂ ਇਹ ਕੀਤੀ ਸੀਗੀ ਸਾਨੂੰ ਕੋਈ ਆਸ ਸੀਗੇ ਸਾਡੇ ਮੁੰਡੇ ਪ੍ਰਾਈਵੇਟ ਕੰਪਨੀਆਂ 'ਚ ਵਧੀਆ ਲੱਗੇ ਹੋਏ ਸੀਗੇ, ਪਰ ਜਾਂ ਤਾਂ ਸਾਨੂੰ ਉਸ ਟਾਈਮ ਟ੍ਰੇਨਿੰਗ ਹੀ ਨਾ ਕਰਵਾਉਂਦੇ ਜੇ ਸਾਡੇ ਨਾਲ ਇਹੀ ਧੱਕਾ ਕਰਨਾ ਸੀ। ਅਸੀਂ 4 ਸਾਲ ਆਲਰੇਡੀ ਪਹਿਲਾਂ ਹੀ ਖਰਾਬ ਕਰ ਚੁੱਕੇ ਹਾਂ ਮੈਨੇਜਮੈਂਟ ਦੇ ਕਾਰਨਾਂ ਕਰਕੇ, ਤਾਂ ਅਸੀਂ ਅੱਜ ਕੋਈ ਖੁਸ਼ੀ ਦੇ ਮਾਰੇ ਇੱਥੇ ਨਹੀਂ ਬੈਠੇ। ਸਾਡੇ ਜਿੰਨੇ ਵੀ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਕੈਂਡੀਡੇਟ ਆਏ ਨੇ ਤਾਂ ਉਹਨਾਂ ਨੇ ਲੱਖੜੀਆਂ ਤੱਕ ਵੀ ਇੱਥੇ ਹੀ ਮਨਾਈਆਂ ਨੇ, ਤਾਂ ਸਾਨੂੰ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਦੁੱਖ ਵੀ ਹੋ ਰਿਹਾ, ਪਰ ਜਦੋਂ ਤੱਕ ਸਾਨੂੰ ਰੁਜ਼ਗਾਰ ਨਹੀਂ ਮਿਲਦਾ ਤਾਂ ਅਸੀਂ ਕਿੱਥੇ ਜਾਵਾਂਗੇ। ਇੱਕ ਗੱਲ ਜ਼ਰੂਰ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਕਈ ਦਿਨ ਦਾ ਇਹ ਮਸਲਾ ਚੱਲ ਰਿਹਾ, ਜਿਹੜੀ ਤੁਹਾਡੀ ਟ੍ਰੇਨਿੰਗ ਹੋਈ ਹੈ ਇਹ ਪਾਰਟ ਆਫ ਜੌਬ ਸੀ ਜਾਂ ਤੁਹਾਡੀ ਪਾਰਟ ਆਫ ਐਜੂਕੇਸ਼ਨ ਸੀ? ਵੀ ਐਜੂਕੇਸ਼ਨ ਤੋਂ ਬਾਅਦ ਟ੍ਰੇਨਿੰਗ ਹੋਈ ਹੈ ਜਾਂ ਤੁਹਾਨੂੰ ਜੌਬ ਦਾ ਕਿਹਾ ਗਿਆ ਸੀ ਉਹਦੀ ਟ੍ਰੇਨਿੰਗ ਕਰਵਾਈ ਗਈ ਸੀ? ਸਰ ਸਾਡੀ ਜਿਹੜੀ ਅਸੀਂ 2 ਸਾਲ ਦੀ ITI ਕਰਨ ਤੋਂ ਬਾਅਦ ਇੱਕ ਡਿਪਾਰਟਮੈਂਟ ਵੱਲੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਹ ਟ੍ਰੇਨਿੰਗ ਦੇ ਬੇਸ 'ਤੇ ਸਾਨੂੰ ਰੱਖਿਆ ਜਾਂਦਾ ਹੈ। ਅਸੀਂ ਪੂਰਾ ਐਲੀਜੀਬਲ ਹਾਂ, ਇਸ ਤੋਂ ਇਲਾਵਾ ਕੋਈ ਹੋਰ ਕੈਂਡੀਡੇਟ ਵੀ ਨਹੀਂ ਰੱਖ ਸਕਦੇ। 1690 ਪੋਸਟਾਂ ਹੈ, ਪਰ ਸਾਡੇ ਸਾਥੀ ਜਿਹੜੇ ਪੰਜਾਬ ਦੇ 803 ਕੈਂਡੀਡੇਟ ਹੈ ਉਹਨਾਂ ਦੇ ਵਿੱਚੋਂ ਵੀ ਕੋਈ PSTCL ਦੇ ਵਿੱਚ ਲੱਗ ਗਿਆ, ਕੋਈ ਵਾਟਰ ਬੈਕਸ 'ਚ ਲੱਗ ਗਿਆ। ਸਾਡੇ 700 ਦੇ ਕਰੀਬ ਕੈਂਡੀਡੇਟ ਹੈਗੇ ਆ, ਅਤੇ ਪਿਛਲੇ ਸਾਥੀ ਕੋਈ 700 ਉਹ ਹੋਊਗਾ
1400 ਹੋਊਗਾ ਤਕਰੀਬਨ, ਪਰ 1690 ਪੋਸਟਾਂ ਹੈਗੀਆਂ। ਸਾਡਾ ਕੰਪੀਟੀਸ਼ਨ ਕਿਹਨਾਂ ਨਾਲ ਕਰਵਾਉਣਾ ਚਾਹੁੰਦੇ ਆ, ਕਿਉਂਕਿ ਜੇਕਰ ਇਹ ਪੇਪਰ ਰੱਖਦੇ ਆ ਤਾਂ ਪੇਪਰ ਦੇ ਵਿੱਚ ਜਿਹੜੇ ਬਾਹਰਲੇ ਸੂਬਿਆਂ ਤੋਂ ਨੌਜਵਾਨ ਨੇ, ਜਿਵੇਂ PSTCL ਦੇ ਵਿੱਚ 136 ਮੁੰਡੇ ਲੱਗੇ ਸੀਗੇ, ਤਾਂ ਉਹ ਬਾਹਰਲੇ ਸੂਬਿਆਂ ਦੇ ਵਿੱਚ ਲੱਗੇ ਸੀ। ਆਪਣੇ ਪੰਜਾਬ ਦੇ ਵਿੱਚ ਤਾਂ ਫਿਰ ਬੇਰੁਜ਼ਗਾਰੀ ਉੱਦਾਂ ਹੀ ਚੱਲ ਰਹੀ ਹੈ ਨਾ। ਅਸੀਂ ਮਾਨ ਸਾਹਿਬ ਨੂੰ ਦੱਸਣਾ ਚਾਹੁੰਦੇ ਹਾਂ ਵੀ ਮਾਨ ਸਾਹਿਬ ਤੁਸੀਂ ਪੰਜਾਬ ਦੇ ਬੱਚਿਆਂ ਨੂੰ ਰੁਜ਼ਗਾਰ ਦਿਓ, ਤੇ ਤੁਹਾਡੀ ਸਰਕਾਰ ਤੇ, ਕਿਉਂਕਿ ਤੁਹਾਡੀ ਸਰਕਾਰ ਨੂੰ ਐਡਾ ਵੱਡਾ ਰੁਤਬਾ ਦਿੱਤਾ ਗਿਆ। 92 ਸੀਟਾਂ ਥੋੜ੍ਹੀਆਂ ਨਹੀਂ ਹੁੰਦੀਆਂ, ਪਰ ਜੇਕਰ ਤੁਸੀਂ ਸਾਡੀ ਗੱਲ ਨਾ ਸੁਣੀ ਤਾਂ ਫਿਰ 2024 ਦੇ ਵਿੱਚ ਤੁਹਾਨੂੰ ਖੁਦ ਹੀ ਪਤਾ ਲੱਗ ਜਾਊਗਾ ਵੀ ਕਿੱਦਾਂ ਸਰਕਾਰਾਂ ਬਣਦੀਆਂ। ਨਹੀਂ, ਜਿਹੜਾ ਹੁਣ ਆਪਾਂ ਫਿਰ ਇਹਨੂੰ ਥੋੜਾ ਕਲੀਅਰ ਕਰਦੇ ਹਾਂ ਵੀ ਤੁਸੀਂ ਚਾਹੁੰਦੇ ਹੋ ਵੀ ਪੇਪਰ ਨਾ ਲਿਆ ਜਾਵੇ, ਜਿਹੜੀ ਯੋਗਤਾ ਦੇ ਆਧਾਰ ਤੋਂ ਨੌਕਰੀਆਂ ਦਿੱਤੀਆਂ ਜਾਣ। ਸਰ ਅਸੀਂ ਆਲਰੇਡੀ ਪੇਪਰ ਦੇ ਚੁੱਕੇ ਹਾਂ, ਕਿਉਂਕਿ ਜਿਹੜੀ ਨੈਸ਼ਨਲ ਦੀ ਟ੍ਰੇਨਿੰਗ ਲੱਗਦੀ ਆ ਉਹ ਸੈਂਟਰ ਵੱਲੋਂ ਲੱਗਦੀ ਆ। ਡਿਪਾਰਟਮੈਂਟ ਦੇ ਅੰਡਰ ਅਸੀਂ ਕੰਮ ਕਰ ਚੁੱਕੇ ਹਾਂ, ਪੇਪਰ ਅਸੀਂ ਦੇ ਚੁੱਕੇ ਹਾਂ, ਸਰਟੀਫਿਕੇਟ ਸਾਡੇ ਕੋਲ ਨੇ। ਪਰ ਜਿਹੜੀਆਂ ਭਰਤੀਆਂ ਨਿਕਲੀਆਂ ਉਹ ਪਹਿਲਾਂ ਮੈਰਿਟ ਦੇ ਆਧਾਰ ਤੇ ਹੁੰਦੀਆਂ ਸੀਗੀਆਂ। ਇੱਕ ਜਿਹੜਾ ਇਹ ਜਬਰੀ ਟੈਸਟ ਰੱਖ ਦਿੱਤਾ, ਉਹ ਮੈਨੇਜਮੈਂਟ ਦੀ ਕਮੀਆਂ ਦੇ ਕਾਰਨ ਰੱਖਿਆ। ਇਹ ਆਪਣੇ ਜਿਹੜੇ ਗਲਤ ਕੰਮ ਕੀਤੇ ਨੇ ਉਹਨਾਂ ਤੇ ਪਰਦੇ ਪਾਉਣਾ ਚਾਹੁੰਦੇ ਨੇ, ਕਿਉਂਕਿ ਅਸੀਂ ਜਦੋਂ ਸਰਕਾਰ ਬਣਾਈ ਸੀਗੀ, ਅਸੀਂ ਇਸ ਵਾਸਤੇ ਬਣਾਈ ਸੀ ਕਿਉਂਕਿ ਪਹਿਲਾਂ ਪੈਸੇ ਦੇ ਕੇ ਜਾਂ ਕਰਪਸ਼ਨ ਦੇ ਵਿੱਚ ਅਫਸਰਸ਼ਾਹੀ ਉਲਟ ਪੁਲਟ ਕੰਮ ਕਰਦੇ ਸੀਗੇ। ਅਸੀਂ ਸਰਕਾਰ ਬਣਾਉਣ ਦਾ ਮਤਲਬ ਹੀ ਇਹ ਸੀਗਾ ਕਿ ਉਹ ਜਿਹੜੇ ਕੰਮ ਖਤਮ ਹੋ ਜਾਣਗੇ, ਪਰ ਉਹੀ ਕੰਮ ਚੱਲ ਰਹੇ ਨੇ। ਫਿਰ ਸਾਨੂੰ ਤਾਂ ਇਹੀ ਲੱਗੂਗਾ ਵੀ ਪਿਛਲੀਆਂ ਸਰਕਾਰਾਂ ਸਹੀ ਸੀਗੀਆਂ, ਜਿਹੜੇ ਪੈਸੇ ਲੈ ਕੇ ਪੁੱਠੇ ਸਿੱਧੇ ਕੰਮ ਤਾਂ ਕਰ ਦਿੰਦੀਆਂ ਸੀਗੀਆਂ। ਅਸੀਂ ਮਾਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਾਡੀਆਂ ਮੰਗਾਂ ਜਾਇਜ਼ ਨੇ, ਇਸ ਮੰਗਾਂ ਤੇ ਗੌਰ ਕੀਤਾ। ਹੁਣ ਤੱਕ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਕੋਈ ਮੀਟਿੰਗਾਂ ਹੋਈਆਂ ਨੇ, ਕੋਈ ਉਹਦਾ ਸਿੱਟਾ ਨਿਕਲਿਆ ਜਾਂ ਅੱਗੇ ਕੋਈ ਮੀਟਿੰਗ ਦੀ ਆਸ ਬਣੀ ਹੈ ਜਿੱਥੇ ਗੱਲਬਾਤ ਚੱਲੇਗੀ ਤੁਹਾਡੀ? ਸਰ 5 ਤਰੀਕ ਨੂੰ ਸਾਡੀ ਪ੍ਰਸ਼ਾਸਨ ਵੱਲੋਂ ਇੱਕ ਮੀਟਿੰਗ ਦਵਾਈ ਗਈ ਸੀਗੀ ਕਿ CM ਸਾਹਿਬ ਨਾਲ, ਪਰ ਉਹ ਸਾਡੀ CM ਸਾਹਿਬ ਨਾਲ ਮੀਟਿੰਗ ਨਹੀਂ ਹੋਈ ਸੀਗੀ। OSD ਸੀਗੇ ਆਪਣੇ ਸੁਖਬੀਰ ਸਿੰਘ ਕਰਾਚੋ ਤੋਂ, ਉਹਨਾਂ ਨਾਲ ਸਾਡੀ ਮੀਟਿੰਗ ਹੋਈ ਸੀਗੀ, ਪਰ CM ਦਾ ਕਹਿ ਕੇ ਗਏ ਸੀਗੇ। ਸਾਡੀ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ। ਉਹਨਾਂ ਨੇ ਸਾਨੂੰ 3 ਦਿਨ ਦਾ ਟਾਈਮ ਦਿੱਤਾ ਸੀਗਾ। ਅੱਜ ਤੁਸੀਂ ਦੇਖ ਲਓ 15 ਤਰੀਕ ਤੋਂ ਲੈ ਕੇ 5 ਤਰੀਕ ਤੋਂ ਲੈ ਕੇ ਅੱਜ 15 ਤਰੀਕ ਹੋ ਗਈ, ਹਜੇ ਤੱਕ ਸਾਨੂੰ ਕੋਈ ਉਹਨਾਂ ਵੱਲੋਂ ਕੋਈ ਕਾਲ ਨਹੀਂ ਆਈ। ਨਹੀਂ ਪਤਾ ਲੱਗਿਆ ਵੀ ਸੂਤਰਾਂ ਤੋਂ ਪਤਾ ਲੱਗਿਆ ਵੀ ਕੱਲ੍ਹ ਨੂੰ ਤੁਹਾਡੀ ਇੱਕ ਮੀਟਿੰਗ ਫਿਕਸ ਹੋਈ ਹੈ, ਕੱਲ੍ਹ ਦੇ ਲਈ? ਸਰ ਸਾਡੇ ਮੁੰਡੇ ਸੀਗੇ 6 ਟੈਂਕੀ ਦੇ ਚੜੇ ਸੀਗੇ ਹੈੱਡ ਆਫਿਸ ਦੀ। ਉਹਨਾਂ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਕਿ ਜਿਹੜੇ ਤੁਹਾਡੇ ਵਾਅਦੇ ਜਿਹੜੇ ਹੈਗੇ ਆ ਜਾਂ ਪੇਪਰ ਦਾ ਕੋਈ ਵੀ ਮਸਲਾ ਹੈ ਉਹ CM ਸਾਹਿਬ ਕਰਨਗੇ, ਤੇ ਮੈਨੇਜਮੈਂਟ ਵੱਲੋਂ ਇੱਕ ਨੋਟੀਫਿਕੇਸ਼ਨ 15 ਤਰੀਕ ਨੂੰ ਕੱਢਣਾ ਸੀਗਾ ਅੱਜ ਦੇ, ਪਰ ਛੁੱਟੀ ਕਾਰਨ ਕਰਕੇ ਸ਼ਾਇਦ ਕੱਲ੍ਹ ਨੂੰ ਕੱਢਣਗੇ। ਉਸ ਵਿਸ਼ੇ 'ਤੇ ਸਾਡੇ ਨਾਲ ਮੀਟਿੰਗ ਹੋਣੀ ਹੈ, ਲੇਕਿਨ ਜਿਹੜੀ ਪੇਪਰ ਦੀ ਗੱਲ ਹੈ ਉਹ ਮਾਨ ਸਾਹਿਬ ਹੀ ਕਰਨਗੇ, ਇਹਨਾਂ ਨੇ ਸਪਸ਼ਟ ਕਲੀਅਰ ਕਰਤਾ ਜੀ। ਜੇ ਕੋਈ ਮੀਟਿੰਗਾਂ 'ਚ ਸਿੱਟਾ ਨਹੀਂ ਨਿਕਲਦਾ ਤਾਂ ਇਸ ਸੰਘਰਸ਼ ਦੀ ਅਗਲੀ ਰੂਪਰੇਖਾ ਕੀ ਹੈ ਜੀ? ਸਰ ਜਦੋਂ ਕਹਿੰਦੇ ਆ ਨਾ ਵੀ ਬੰਦੇ ਨੂੰ ਰੋਟੀ ਨਹੀਂ ਮਿਲਦੀ ਫਿਰ ਉਹ ਖਾਣ ਨੂੰ ਪੈਂਦਾ ਹੈ ਜੀ। ਅਸੀਂ ਤਾਂ ਇੱਕ ਮਰੇ ਪਏ ਆ। ਸਾਡੇ ਤਾਂ ਅਸੀਂ ਅੱਜ 27 ਤਰੀਕ ਦਾ ਧਰਨਾ ਲਾਇਆ, ਅੱਜ 20 ਦਿਨ ਹੋ ਗਏ। ਸਾਡੇ ਦੁੱਖ ਸਾਡੇ ਦਰਦ ਕੋਈ ਵੀ MLA ਸਾਹਿਬਾਨ ਨਹੀਂ ਆਇਆ। ਅਸੀਂ ਜਾ ਕੇ ਪਰਮੀਤ ਸਿੰਘ ਪਠਾਨ ਮਾਜਰਾ ਦੇ ਕੋਲ ਗਏ ਸੀਗੇ, ਉਹਨਾਂ ਨੂੰ ਦੱਸਿਆ ਸੀਗਾ ਸਰ ਵੀ ਸਾਡਾ ਤੁਸੀਂ ਪਤਾ ਤਾਂ ਲੈ ਲਓ, ਅਸੀਂ ਉਹੀ ਆ ਜਿਨ੍ਹਾਂ ਨੇ ਸਰਕਾਰ ਤੁਹਾਡੀ ਬਣਾਈ ਆ। ਫਿਰ ਉਹ ਆਏ ਸੀਗੇ, ਉਹਨਾਂ ਨੇ ਵੀ ਸਾਨੂੰ ਕਿਹਾ ਸੀਗਾ ਵੀ ਅਸੀਂ ਤੁਹਾਡੀ ਜਿਹੜੀ ਹੈਗੀ ਆ CM ਸਾਹਿਬ ਤੱਕ ਗੱਲ ਪਹੁੰਚਾਵਾਂਗੇ, ਪਰ ਉਹਨਾਂ ਵੱਲੋਂ ਵੀ ਸਾਨੂੰ ਦੁਬਾਰਾ ਕੋਈ ਕਾਲ ਨਹੀਂ ਆਈ। ਸੋ ਇਹ ਗੱਲਬਾਤ ਸੀ ਇਹਨਾਂ ਬੇਰੁਜ਼ਗਾਰ ਨੌਜਵਾਨਾਂ ਦੇ ਨਾਲ, ਜਿਨ੍ਹਾਂ ਨੇ ਨਾਲ ਗੱਲੀ ਬਾਤੀ ਇੱਕ ਆਗਾਮੀ 2024 ਦੇ ਲਈ ਇੱਕ ਸਰਕਾਰ ਨੂੰ ਤਿਆਰ ਰਹਿਣ ਦੀ ਗੱਲ ਵੀ ਕੀਤੀ ਹੈ ਵੀ ਜੇ ਅਸੀਂ ਤੁਹਾਨੂੰ 92 ਸੀਟਾਂ ਜਿਤਾ ਸਕਦੇ ਹਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਸੀਟਾਂ ਦੀ ਗਿਣਤੀ 0 ਵੀ ਹੋ ਸਕਦੀ ਹੈ। ਨੌਜਵਾਨਾਂ ਦਾ ਬੜਾ ਵੱਡਾ ਰੋਲ ਹੈ ਸਰਕਾਰ ਨੂੰ ਜਿਤਾਉਣ ਦੇ ਵਿੱਚ, ਇਹਨਾਂ ਨੌਜਵਾਨਾਂ ਦਾ ਤਰਕ ਹੈ, ਤੇ ਜੋ ਸਰਕਾਰ ਇਹਨਾਂ ਨੌਜਵਾਨਾਂ ਨੂੰ ਲਾਰੇ ਲਾ ਰਹੀ ਹੈ, ਹੋ ਸਕਦਾ ਭਵਿੱਖ ਦੇ ਵਿੱਚ ਇਹ ਸਰਕਾਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਾਂ MC ਦੀਆਂ ਇਲੈਕਸ਼ਨਾਂ ਆਉਂਦੀਆਂ ਨੇ ਜਾਂ ਜਿਹੜੀਆਂ ਵੀ ਇਲੈਕਸ਼ਨਾਂ ਆਉਂਦੀਆਂ ਜੇ ਇਹ ਨੌਜਵਾਨ ਕਰੜੇ ਹੱਥੀ ਇਸ ਸੰਘਰਸ਼ ਨੂੰ ਤਿੱਖਾ ਕਰਨ ਦੀ ਗੱਲ ਕਰਦੇ ਨੇ, ਤੇ ਨਾਲ ਹੀ ਸਰਕਾਰ ਨੂੰ ਚੇਤਾਵਨੀ ਵੀ ਦੇ ਰਹੇ ਨੇ ਵੀ ਜੇ ਸਾਨੂੰ ਜ਼ਰੂਰਤ ਪਈ ਤਾਂ ਅਸੀਂ ਜਮਹੂਰੀ ਹੱਕ ਦੇ ਨਾਲ ਵੋਟਾਂ ਦੇ ਨਾਲ ਵੀ ਇਸ ਸਰਕਾਰ ਨੂੰ ਡੇਗਣ ਦੀ क्षमता ਰੱਖਦੇ ਹਾਂ। ਪਰ ਕਿਤੇ ਨਾ ਕਿਤੇ ਸਿਰਫ ਦੁੱਖ ਦੀ ਗੱਲ ਹੈ ਵੀ ਅੱਜ ਆਜ਼ਾਦੀ ਜਸ਼ਨਾਂ ਦੇ ਉੱਤੇ ਨੌਜਵਾਨ ਸੜਕਾਂ ਤੇ ਬੈਠੇ ਨੇ, ਕਿ ਹੀ ਆਜ਼ਾਦੀ ਮਾਣ ਰਹੇ ਨੇ ਨੌਜਵਾਨ, ਇਹ ਜ਼ਰੂਰ ਸੋਚਣ ਦਾ ਵਿਸ਼ਾ ਹੈ।